हाँ जी, स्वागत है बेटा ਤੁਹਾਡਾ एक बार फिर ਤੁਹਾਡੇ ਆਪਣੇ ਚੈਨਲ ਤੇ। ਅੱਜ ਆਪਾਂ ਡਿਸਕਸ ਕਰਾਂਗੇ ਤੁਹਾਡੇ ਲਈ 10ਵੀਂ ਦਾ ਸੈਂਪਲ ਪੇਪਰ ਨੰਬਰ 3 ਮੈਥਸ ਬੁਕਲੇਟ ਦੇ ਵਿੱਚੋਂ। ਸਬਜੈਕਟ ਆਪਣਾ ਹੈ ਮੈਥਮੈਟਿਕਸ। ਠੀਕ ਹੈ ਬੇਟਾ, ਤਾਂ ਇਸ ਵੀਡੀਓ ਨੂੰ ਤੁਸੀਂ ਧਿਆਨ ਨਾਲ ਦੇਖਣਾ ਤਾਂ ਜੋ ਇਸ ਵਿਚਲੇ ਜਿਹੜੇ ਕੁਐਸਚਨ ਆ ਉਹ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਸਕਣ। ਠੀਕ ਹੈ ਬੇਟਾ, ਚਲੋ ਆਪਾਂ ਫਸਟ ਕੁਐਸਚਨ ਤੋਂ ਪ੍ਰੋਸੀਡ ਕਰਦੇ ਹਾਂ। त्रिभुज ABC समरूप है त्रिभुज DEF के, तो एरिया त्रिभुज ABC 64 सेंटीमीटर की दो, एरिया त्रिभुज DEF 144 सेंटीमीटर की दो, जे EF 6 सेंटीमीटर का BC बराबर है। ये नाल दे आपां क्वेश्चन जिहड़े पहला सैंपल पेपर हल किए वो भी कर चुके हैं। थ्योरम अपनी है ये दो समरूप त्रिभुजां के खेत्रफलों का अनुपात उन्हां दीआं भुजावां दे अनुपात के वर्ग के बराबर हुंदा। तां आपां उही करांगे, मतलब एरिया त्रिभुज ABC ते DEF का अनुपात बराबर किहदे होऊगा, BC ते EF के अनुपात के वर्ग के, जां असीं कह लईए BC का वर्ग ते EF का वर्ग। हुण BC है जिहड़ी वो असीं पता करनी है, EF सानूं 6 दित्ती है, इहदा वर्ग करांगे 36 बन जूगा। ठीक है, एरिया त्रिभुज ABC ये आपां नूं गिणता बेटा 64, ते दूसरा आपां नूं गिणता DEF का एरिया मतलब उहदा खेत्रफल गिणता 144, ये सानूं दित्ता BC बटा 36 दे बराबर दे रखिया। तो इत्थों आपां की करदे हुंदे बेटा तिरछी गुणा, तो तिरछी गुणा कर दो की बन जूगा 144 BC की दो बराबर 64 गुणा 36, 144 BC की बराबर 64 गुणा 36 साढ़े कोल बन जूगा। ठीक है, तो BC की दो कि बराबर बन जू 64 गुणा 36 वटा 144, ये जोड़ा 144 उधर जाके भाग च हो जूगा। तो 12 तो जे असीं कट दईए 12 तीए 36, ठीक है 12 12 144, जो असीं फिर 3 ते कट देने 3 एकम 3 3 चौके 12, तो ये साडा बन जूगा 64 बटा 4 एक 16 चौका 64। ठीक है, सारे कटते आपां पहला ਜਾਂ ਸਿੱਧਾ ही कट दो 36 एकम 36, 36 चौका 144 4 आ जूगा, फिर 4 ਨੂੰ ਅਸੀਂ 64 ਨਾਲ ਭਾਗ ਕਰਾਂਗੇ 16 ਆ ਜੂ। BC ਦਾ ਵਰਗ ਆ ਜਿਹੜਾ 16 ਦੇ ਬਰਾਬਰ ਆ ਗਿਆ, ਤਾਂ BC ਕਿੰਨਾ ਆ ਜੂਗਾ 4 ਸੈਂਟੀਮੀਟਰ, ਕਿਉਂਕਿ ਚੌਕੀ ਚੌਕੀ ਕਿੰਨੇ ਹੁੰਦੇ ਆ 16, ਤਾਂ BC ਸਾਡਾ ਕਿੰਨਾ ਆ ਜੂ ਬੇਟਾ 4 ਸੈਂਟੀਮੀਟਰ ਆ ਜੂਗਾ। ਠੀਕ ਹੈ, ਥਰਡ ਆਪਸ਼ਨ। ਜੇ A 60 डिग्री B 30 डिग्री ਤਾਂ cos sin A cos B माइनस cos A sin B ਕਿੰਨਾ ਹੋਊਗਾ। ਚਲੋ ਹੁਣ ਆਪਾਂ ਨੂੰ ਇਹਨਾਂ ਪਤਾ A ਤੇ B ਦੀ ਵੈਲਿਊ ਜਿਹੜੀ ਇਹਦੇ ਵਿੱਚ ਅਸੀਂ ਪੁੱਟ ਕਰ ਦਾਂਗੇ। ਸਾਈਨ A ਮਤਲਬ ਸਾਈਨ 60, cos B ਯਾਨੀ ਕਿ cos 30, ਸਿਮਿਲਰਲੀ ਮਾਈਨਸ cos A ਮਤਲਬ cos 60 ਤੇ ਸਾਈਨ 30। ਹੁਣ ਜਿਹੜਾ ਸਾਈਨ 60 ਹੁੰਦਾ ਤ੍ਰਿਕੋਣਮਿਤੀ ਸਾਰਨੀ ਆਪਣੇ ਚੈਪਟਰ ਦੇ ਵਿੱਚ ਬਣੀ ਹੈ ਤ੍ਰਿਕੋਣਮਿਤੀ ਬਾਰੇ ਜਾਣ ਪਛਾਣ, ਉਹਦੇ ਵਿੱਚ ਇਹਦੇ ਵਿੱਚ ਮੁੱਲ ਹੁੰਦਾ ਉਹਦਾ ਵਰਗਮੂਲ 3/2। ਸਿਮਿਲਰਲੀ cos 30 ਦਾ ਮੁੱਲ ਵੀ ਵਰਗਮੂਲ 3/2, cos 60 ਦਾ ਮੁੱਲ 1/2 ਤੇ sin 30 ਦਾ ਮੁੱਲ 1/2। ਵਰਗਮੂਲ 3 ਨੂੰ ਵਰਗਮੂਲ 3 ਨਾਲ ਗੁਣਾ ਕੀਤੀ 3 ਬਣ ਜੂਗਾ, ਤੇ 2 ਨੂੰ 2 ਨਾਲ ਗੁਣਾ ਕੀਤੀ 4 ਬਣ ਜੂਗਾ। ਸਿਮਿਲਰਲੀ 1 ਨੂੰ 1 ਨਾਲ ਗੁਣਾ ਕੀਤੀ 1 ਬਣ ਜੂ, 2 ਨੂੰ 2 ਨਾਲ 4, 3/4 ਚੋਂ 1/4 ਘਟਾਵਾਂਗੇ 2/4 ਬਣ ਜੂ, 2 ਏਕਮ 2 2 ਦੂਣੀ 4, मतलब साडा आंसर कितना आ जाऊगा 1/2। ठीक है, सैकंड ऑप्शन। एक लंब गोलाकार शंकु की वक्र सतह का खेत्रफल जिस की तिरछी उचाई 16 सेंटीमीटर और आधार का व्यास 14 सेंटीमीटर है। तिरछी उचाई सानू दिती है 16 सेंटीमीटर, व्यास दिता आधार का व्यास की हो जाऊगा व्यास का अद्धा, मतलब 14 का अद्ध कर देंगे कितना हो जाऊगा 7 सेंटीमीटर। क्लीयर। चलो ਹੁਣ ਜਿਹੜੀ ਇਹਦੀ ਤਿਰਛੀ ਉਚਾਈ ਹੁੰਦੀ ਹੈ ਸ਼ੰਕੂ ਦੀ ਉਹਦਾ ਖੇਤਰਫਲ ਫਾਰਮੂਲਾ ਹੁੰਦਾ ਆਪਣੇ ਕੋਲੇ ਪਾਈ ਆਰ ਸੌਰੀ ਵਕਰ ਸਤਹ ਦਾ ਖੇਤਰਫਲ ਕੱਢਣ ਦਾ ਫਾਰਮੂਲਾ ਹੁੰਦਾ ਪਾਈ ਆਰ ਐਲ। ਸ਼ੰਕੂ ਦੀ ਵਕਰ ਸਤਹ ਦਾ ਖੇਤਰਫਲ ਪਤਾ ਕਰਨ ਦਾ ਸੂਤਰ ਹੈ ਇਹ ਪਾਈ ਆਰ ਐਲ। ਪਾਈ ਹੁੰਦਾ y/7, ਆਰ ਸਾਨੂੰ 7 ਦਿੱਤਾ, ਐਲ ਸਾਨੂੰ 16 ਦਿੱਤਾ, 7 ਨਾਲ 7 ਕੈਂਸਲ, y ਨੂੰ 16 ਨਾਲ ਗੁਣਾ ਕਰ ਦਿਓ, 16 ਦੂਣੀ 32, 3 ਅਸਲ 16 ਦੂਣੀ 32 ਤੇ 3 35, तो साडा जिहड़ा खेत्रफल है वह आ जाऊगा 352 सेंटीमीटर की दो, या 352 वर्ग सेंटीमीटर। थर्ड ऑप्शन। ठीक है, उचाई 30 सेंटीमीटर का एक बेलन है जिसका अर्थ व्यास 14 है।
ਨੂੰ ਪਿਘਲਾ ਕੇ ਇੱਕ ਨਵਾਂ ਬੇਲਣ ਬਣਾਇਆ ਗਿਆ ਹੈ ਜਿਸ ਦਾ ਅਰਧ ਵਿਆਸ 7 ਸੈਂਟੀਮੀਟਰ ਹੈ। ਇਸ ਦੀ ਉਚਾਈ ਕੀ ਹੈ? ਜਦੋਂ ਕਿਸੇ ਇੱਕ ਠੋਸ ਨੂੰ ਪਿਘਲਾ ਕੇ ਦੂਸਰਾ ਠੋਸ ਆ ਜਿਹੜਾ ਉਹ ਬਣਾਇਆ ਜਾਂਦਾ ਤਾਂ ਉਹਨਾਂ ਦਾ ਆਇਤਨ ਆ ਬੇਟਾ ਉਹ ਬਰਾਬਰ ਰਹੂਗਾ, ਕਿਉਂਕਿ ਜਿੰਨੇ ਮਟੀਰੀਅਲ ਦਾ ਪਹਿਲਾਂ ਵਾਲਾ ਕੋਈ ਠੋਸ ਬਣਿਆ ਸੀ ਉਨੇ ਦਾ ਹੀ ਦੂਸਰਾ ਬਣਿਆ, ਮਤਲਬ ਉਹਨਾਂ ਦਾ ਆਇਤਨ ਆ ਜਿਹੜਾ ਉਹ ਬਰਾਬਰ ਰਹੇਗਾ। ਤਾਂ ਪਹਿਲਾਂ ਵਾਲੇ ਦਾ ਆਇਤਨ ਅਸੀਂ ਕੱਢ ਲੈਂਦੇ ਹਾਂ ਤਾਂ ਦੂਸਰੇ ਦੇ ਆਇਤਨ ਦੇ ਬਰਾਬਰ ਰੱਖ ਦਾਂਗੇ। ਤਾਂ ਪਹਿਲਾਂ ਵਾਲੇ ਦਾ ਆਇਤਨ, ਪਹਿਲਾਂ ਵਾਲੇ ਦੀ ਉਚਾਈ ਸਾਨੂੰ h 30 ਦਿੱਤੀ ਆ, ਅਰਧ ਵਿਆਸ ਸਾਨੂੰ 14 ਦਿੱਤਾ, ਤਾਂ ਉਹਦਾ ਆਇਤਨ ਪਾਈ r ਦੀ 2h ਹੁੰਦਾ ਬੇਲਣ ਦਾ ਆਇਤਨ, ਤਾਂ ਪਾਈ r ਦੀ 2, r ਸਾਨੂੰ 14 ਦਿੱਤਾ ਮਤਲਬ 14 ਗੁਣਾ 14, h ਸਾਨੂੰ ਕਿੰਨਾ ਦਿੱਤਾ 30, ਠੀਕ ਹੈ। ਇਹ ਪਹਿਲਾਂ ਵਾਲੇ ਦਾ ਆਇਤਨ ਹੈ। ਇਹ ਜਿਹੜਾ ਹੁਣ ਅਸੀਂ ਪਤਾ ਕਰਾਂਗੇ ਉਸ ਦੇ ਆਇਤਨ ਦੇ ਬਰਾਬਰ ਰੱਖ ਦਾਂਗੇ, ਮਤਲਬ ਇਹਨੂੰ ਅਸੀਂ ਮੰਨ ਲਈਏ ਵੀ ਪਾਈ r1 ਸਕੇਅਰ h1 ਦੇ ਬਰਾਬਰ ਰੱਖ ਦਾਂਗੇ, ਪਾਈ ਗੁਣਾ 14 ਗੁਣਾ 14 ਗੁਣਾ 30 ਦੇ, ਤਾਂ ਪਾਈ ਨਾਲ ਪਾਈ ਦੋਨੇ ਪਾਸੇ ਕੈਂਸਲ। ਅਰਧ ਵਿਆਸ ਆ ਜਿਹੜਾ ਉਹ ਸਾਨੂੰ ਨਵੇਂ ਦਾ 7 ਦਿੱਤਾ, ਤਾਂ ਇੱਧਰ ਹੋ ਜਾਊਗਾ 7 ਗੁਣਾ 7, ਠੀਕ ਹੈ, h1 ਕਲੀਅਰ। ਜਿਹੜਾ ਇਹ 7 ਗੁਣਾ 7 ਹੈ ਬੇਟਾ ਇੱਧਰਲੇ ਪਾਸੇ ਗੁਣਾ 'ਚ ਹੈ, ਦੇਖੋ ਇੱਧਰ ਇਹ ਗੁਣਾ 'ਚ ਹੈ ਤਾਂ ਪਰਲੇ ਪਾਸੇ ਜਾ ਕੇ ਕੀ ਹੋ ਜਾਊਗਾ ਇਹ ਭਾਗ 'ਚ, ਤਾਂ ਇਹਨੂੰ ਅਸੀਂ ਪਰਲੇ ਪਾਸੇ ਲੈ ਜਾਵਾਂਗੇ ਤਾਂ h1 ਸਾਡਾ ਕਿਹਦੇ ਕੋਲ ਆ ਜਾਊਗਾ, ਤਾਂ ਇਸ ਨੂੰ ਅਸੀਂ ਪਰਲੇ ਪਾਸੇ ਲੈ ਜਾਵਾਂਗੇ, ਡਿਵਾਈਡ ਕਰ ਦਾਂਗੇ h1, ਮਤਲਬ 7 ਗੁਣਾ 7 ਹੋ ਜਾਊਗਾ ਇੱਧਰ, ਤਾਂ 7 ਦੂਣੀ 14, ਤਾਂ ਇੱਥੇ ਫੇਰ 7 ਦੂਣੀ 14, ਤਾਂ ਜਿਹੜਾ ਸਾਡਾ h1 ਹੈ ਉਹ ਕਿਹਦੇ ਬਰਾਬਰ ਆ ਗਿਆ 2 ਗੁਣਾ 2 30 ਦੇ, ਇਹਨਾਂ ਦੀ ਗੁਣਾ ਕਰ ਲਓ, 2 ਦੂਣੀ 4, 4 30 12, ਮਤਲਬ 120 ਸੈਂਟੀਮੀਟਰ ਹੈ ਜਿਹੜੀ ਉਸ ਦੀ ਉਚਾਈ ਆ ਜਾਏਗੀ, ਠੀਕ ਹੈ। ਸਿੰਪਲ ਆਪਾਂ ਕੀ ਕੀਤਾ, ਪਹਿਲਾਂ ਵਾਲੇ ਦਾ ਆਇਤਨ ਕੱਢ ਕੇ ਦੂਸਰਾ ਵਾਲਾ ਜਿਹੜਾ ਬੇਲਣ ਬਣਾਇਆ ਉਸ ਦੇ ਆਇਤਨ ਦੇ ਕੀ ਰੱਖਤਾ ਬਰਾਬਰ, ਤਾਂ ਸਾਡੀ ਨਵੀਂ ਉਚਾਈ ਹੈ ਜਿਹੜੀ ਉਹ ਕਿੰਨੀ ਆ ਗਈ 120 ਸੈਂਟੀਮੀਟਰ, ਠੀਕ ਹੈ ਜੀ। ਦੂਸਰੀ ਆਪਸ਼ਨ -5 -2 1 ਦੇ ਪਹਿਲੇ 10 ਪਦਾਂ ਦਾ ਜੋੜ, ਤਾਂ ਇਸ ਦੇ ਵਿੱਚ ਇਹ ਕਿੰਨਾ ਵੀ -5 ਹੈ, ਇਸ ਦੇ ਵਿੱਚ d ਕਿੰਨਾ ਹੈ -2 ਦੇ ਵਿੱਚੋਂ ਅਸੀਂ -5 ਕੱਢਾਂਗੇ, ਮਤਲਬ -2 ਮਾਈਨਸ ਆਫ -5 ਯਾਨੀ ਕਿ -2 + 5, ਜਾਂ ਅਸੀਂ ਕੱਢੀਏ d ਕਿੰਨਾ ਸਾਡਾ 3, d ਕਿੰਨਾ ਬੇਟਾ 3 ਹੈ। 10 ਪਦਾਂ ਦਾ ਅਸੀਂ ਜੋੜਫਲ ਪਤਾ ਕਰਨਾ, ਸਾਨੂੰ ਪਤਾ ਵੀ ਜੋੜਫਲ ਪਤਾ ਕਰਨ ਦਾ ਫਾਰਮੂਲਾ ਹੁੰਦਾ SN n/2 2a + n - 1 d, n ਕਿੰਨਾ ਵੀ ਇੱਥੇ 10 ਪਦਾਂ ਦਾ ਕੱਢਣਾ, 2a ਤਾਂ 2 5 10 ਮਤਲਬ -10 ਹੋ ਜੂ, n - 1 10 ਪਦਾਂ ਦਾ ਜੋੜਫਲ, 10 ਦੇ ਵਿੱਚੋਂ ਘਟਾਵਾਂਗੇ 9, d ਸਾਡਾ 3 ਹੈ, 9 ਤੀਆ 27 ਹੋ ਜੂਗਾ, ਤਾਂ 10 ਨੂੰ ਜੇ ਅਸੀਂ 2 ਨਾਲ ਭਾਗ ਕਰਾਂਗੇ ਤਾਂ 5 ਆ ਜੂ, 5 ਮਾਈਨਸ ਦਾ 10 ਅਤੇ ਪਲੱਸ ਦਾ 27 ਮਤਲਬ ਕਿੰਨਾ ਆ ਜੂਗਾ 17, 17 5 85, ਤਾਂ ਇਸ AP ਦੇ ਪਹਿਲੇ 10 ਪਦਾਂ ਦਾ ਜੋੜਫਲ ਕਿੰਨਾ ਆ ਜੂਗਾ 85, ਪਹਿਲੀ ਆਪਸ਼ਨ ਸਹੀ ਆ ਜੂਗੀ। ਸਮੀਕਰਨ ਦਿੱਤੀ ਆਪਾਂ ਨੂੰ ਦੇ ਸਿਫਰਾਂ ਦਾ ਗੁਣਨਫਲ ਹੈ, ਸਿਫਰਾਂ ਦਾ ਇਸ ਨੂੰ ਅਸੀਂ ਜਿਹੜਾ x ਨਾਲ ਲੱਗਿਆ ਹੁੰਦਾ ਬੇਟਾ ਉਸ ਨੂੰ ਅਸੀਂ a ਲਿਖਦੇ ਹੁੰਦੇ ਹਾਂ, ਇਸ ਨੂੰ ਅਸੀਂ b ਲਿਖਦੇ ਹੁੰਦੇ ਹਾਂ, ਇਸ ਨੂੰ ਅਸੀਂ c। ਜੋ ਸਾਨੂੰ ਸਿਫਰਾਂ ਦੀ ਗੁਣਾ ਪੁੱਛਦੇ ਨੇ ਤਾਂ ਅਸੀਂ ਲਿਖਦੇ ਹੁੰਦੇ ਹਾਂ c/a, ਮਤਲਬ ਜਿਹੜਾ ਲਾਸਟ 'ਤੇ ਸਾਨੂੰ ਦਿੱਤਾ ਉਹ ਅਤੇ ਜਿਹੜਾ ਪਹਿਲਾ ਇਹਨਾਂ ਦੀ ਭਾਗ, ਮਤਲਬ ਲਾਸਟ 'ਤੇ ਸਾਨੂੰ ਕੀ ਦਿੱਤਾ ਇੱਥੇ ਬੇਟਾ c - a, ਜਿਹੜਾ ਪਹਿਲੇ ਨੰਬਰ 'ਤੇ ਕੀਤਾ ਉਹ ਹੈਗਾ a - b, ਤਾਂ ਸਾਡਾ ਜਿਹੜਾ ਆਨਸਰ ਆਊਗਾ ਉਹ ਆਊਗਾ c/a, ਪਰ ਇੱਥੇ c ਕਿੰਨਾ ਦਿੱਤਾ ਆਪਾਂ ਨੂੰ c - a, ਅਤੇ ਜਿਹੜਾ a ਆ ਉਹ ਕਿੰਨਾ ਦਿੱਤਾ a - b, ਤਾਂ ਜਿਹੜਾ ਸਿਫਰਾਂ ਦਾ ਗੁਣਾ ਆਊਗਾ ਉਹ ਆਊਗਾ c - a/a - b, ਮਤਲਬ ਥਰਡ ਆਪਸ਼ਨ ਆਊਗੀ, ਠੀਕ ਹੈ। ਇੱਕ ਚੱਕਰ ਦੇ ਕੇਂਦਰ O ਤੋਂ 10 ਸੈਂਟੀਮੀਟਰ ਦੀ ਦੂਰੀ 'ਤੇ ਇੱਕ ਬਿੰਦੂ P ਹੈ, PQ ਅਤੇ PR ਚੱਕਰ ਦੀਆਂ ਸਪਰਸ਼ ਰੇਖਾਵਾਂ ਹਨ। ਜੇਕਰ ਚੱਕਰ ਦਾ ਅਰਧ ਵਿਆਸ 6 ਸੈਂਟੀਮੀਟਰ ਹੈ ਤਾਂ ਚਤੁਰਭੁਜ PQOR ਦਾ ਖੇਤਰਫਲ ਕਿਸ ਦੇ ਬਰਾਬਰ ਹੈ? ਦੇਖੋ ਬੇਟਾ ਧਿਆਨ ਨਾਲ ਮਾੜਾ ਜਿਹਾ ਇਸ ਨੂੰ ਅਸੀਂ ਬਣਾ ਰਹੇ ਹਾਂ। ਇੱਕ ਬਾਹਰੀ ਬਿੰਦੂ ਹੈ ਜਿਹੜਾ ਉਹ P ਇਹਨਾਂ ਨੇ ਦੇ ਰੱਖਿਆ, ਅਤੇ ਇਹ ਚੱਕਰ ਦਾ ਉਹ ਅਰਧ ਵਿਆਸ ਹੈ, ਤਾਂ ਆਪਾਂ ਇਹ ਬਣਾਤੀਆਂ ਬੇਟਾ ਸਪਰਸ਼ ਰੇਖਾਵਾਂ। ਇਹ ਆਪਣੇ ਕੋਲ ਮੰਨ ਲਓ ਵੀ Q ਹੈ, ਇਹ ਬਿੰਦੂ ਇਹ ਮੰਨ ਲੈਂਦੇ ਆਪਾਂ R, ਆਪਾਂ ਚਤੁਰਭੁਜ ਕੰਪਲੀਟ ਹੀ ਕਰ ਦਿੰਦੇ ਹਾਂ, ਠੀਕ ਹੈ। ਇਹ ਬਣ ਗਈ ਆਪਣੀ ਚਤੁਰਭੁਜ PQOR ਦਾ ਖੇਤਰਫਲ ਅਸੀਂ ਕੱਢਣਾ। ਹੁਣ ਜਿਹੜਾ ਐਂਗਲ ਬਣਿਆ, ਜਿਹੜਾ ਕੋਣ ਬਣਿਆ Q 'ਤੇ, ਉਹ ਆਪਾਂ ਨੂੰ ਪਤਾ ਵੀ 90 ਡਿਗਰੀ ਹੁੰਦਾ, ਕਿਉਂਕਿ ਜਿਹੜੀ ਸਪਰਸ਼ ਰੇਖਾ ਸਪਰਸ਼ ਬਿੰਦੂ ਅਤੇ ਅਰਧ ਵਿਆਸ 'ਤੇ ਲੰਬ ਹੁੰਦੀ ਹੈ, ਠੀਕ ਹੈ।
ਤਾਂ ਇਹ ਕੋਣ 90 ਡਿਗਰੀ ਆ ਗਿਆ। ਆਪਾਂ ਨੂੰ ਕੀ ਦਿੱਤਾ ਵੀ ਜਿਹੜਾ ਇਹ O ਹੈ ਉਹ P ਹੈ ਜਿਹੜਾ ਬਿੰਦੂ ਉਹ O ਤੋਂ ਕਿੰਨੀ ਦੂਰ ਹੈ 10, ਤਾਂ ਇਹ ਸਾਨੂੰ 10 ਦਿੱਤਾ ਹੋਇਆ। ਠੀਕ ਹੈ, ਅਤੇ ਜਿਹੜਾ ਚੱਕਰ ਦਾ ਅਰਧ ਵਿਆਸ ਹੈ ਉਹ ਸਾਨੂੰ ਕਿੰਨਾ ਦਿੱਤਾ ਹੈ 6। ਹੁਣ ਤੁਸੀਂ ਦੇਖੋ ਵੀ ਸਮਕੋਣ ਤ੍ਰਿਭੁਜ ਦੇ ਵਿੱਚ ਆਪਾਂ ਨੂੰ ਇੱਕ ਤਾਂ ਆਧਾਰ ਦੇ ਰੱਖਿਆ ਇੱਕ ਆਧਾਰ ਦੇ ਰੱਖਿਆ, ਇੱਕ ਸਾਨੂੰ ਕੀ ਦੇ ਰੱਖਿਆ ਕਰਨ ਦੇ ਰੱਖਿਆ। ਮਤਲਬ ਜਿਹੜੀ ਕੇਂਦਰ O ਤੋਂ 10 ਸੈਂਟੀਮੀਟਰ ਦੀ ਦੂਰੀ 'ਤੇ ਬਿੰਦੂ P ਹੈ ਉਹ ਦੇ ਰੱਖਿਆ। ਠੀਕ ਹੈ, ਮਤਲਬ ਪਹਿਲਾਂ ਤਾਂ ਅਸੀਂ PQ ਕੱਢ ਲਾਂਗੇ ਚੱਕਰ ਦੀ ਸਪਰਸ਼ ਰੇਖਾ, ਕਿਉਂਕਿ ਜੇ ਇਹ ਨਹੀਂ ਨਿਕਲੂਗੀ ਤਾਂ ਆਪਾਂ ਖੇਤਰਫਲ ਨਹੀਂ ਪਤਾ ਕਰ ਸਕਦੇ। ਠੀਕ ਹੈ, ਤਾਂ ਉਹ ਕੱਢਾਂਗੇ ਅਸੀਂ। ਸਮਕੋਣ ਤ੍ਰਿਭੁਜ ਦੇ ਵਿੱਚ ਕਰਨ ਦਾ ਵਰਗ, ਕਰਨ ਸਾਡੇ ਕੋਲ ਕੀ ਹੈ ਵੀ OP ਦਾ ਵਰਗ, ਬਾਕੀ ਦੀਆਂ ਦੋ ਭੁਜਾਵਾਂ ਮਤਲਬ PQ ਅਤੇ OQ ਦੇ ਵਰਗ ਦੇ ਜੋੜ ਦੇ ਬਰਾਬਰ ਹੋਊਗਾ। OP ਦੀ 2 ਮਤਲਬ 10 ਦੀ 2 ਮਤਲਬ 100 ਬਰਾਬਰ PQ ਅਸੀਂ ਪਤਾ ਕਰਨਾ, ਮਤਲਬ PQ ਦੀ 2 OQ ਸਾਡੇ ਕੋਲ 6 ਦਿੱਤਾ, 6 ਦਾ ਵਰਗ ਕਰਾਂਗੇ 6 6 36 ਹੋ ਜੂਗਾ। ਤਾਂ PQ ਦੀ 2 ਜਿਹੜਾ 36 ਉੱਧਰ ਪਲੱਸ ਦਾ ਸੀ ਇੱਧਰ ਆ ਕੇ ਮਾਈਨਸ ਦਾ ਹੋ ਜੂ, 100 ਦੇ ਵਿੱਚੋਂ 36 ਕੱਢ ਦਾਂਗੇ 64 ਆ ਜੂਗਾ। ਤਾਂ PQ ਦੀ 2 64 ਦੇ ਬਰਾਬਰ ਆ ਗਿਆ। ਇਹਦਾ ਮਤਲਬ PQ ਕਿੰਨਾ ਸਾਡਾ 8, PQ ਕਿੰਨਾ ਹੈ 8 ਸੈਂਟੀਮੀਟਰ। ਠੀਕ ਹੈ, ਮਤਲਬ ਜਿਹੜਾ ਅਸੀਂ ਚੱਕਰ ਬਣਾਇਆ ਸੀ ਉਸ ਦੇ ਵਿੱਚ ਜਿਹੜੀ ਅਸੀਂ ਸਪਰਸ਼ ਰੇਖਾ ਬਣਾਈ ਸੀ, ਦੇਖੋ ਬੇਟਾ। ਠੀਕ ਹੈ, ਇੱਥੇ P, ਇੱਥੇ R, ਇੱਥੇ Q, ਇੱਥੇ ਵਿਚਕਾਰ O, ਜਿਹੜੀ ਇਹ ਸਪਰਸ਼ ਰੇਖਾ ਅਸੀਂ ਬਣਾਈ ਸੀ ਉਹ ਕਿੰਨੀ ਆ ਗਈ ਸਾਡੀ 8। ਚੱਕਰ ਦਾ ਜਿਹੜਾ ਸਾਨੂੰ ਅਰਧ ਵਿਆਸ ਦਿੱਤਾ ਸੀ ਉਹ ਕਿੰਨਾ ਦਿੱਤਾ ਸੀ 6। ਹੁਣ ਸਮਕੋਣ ਤ੍ਰਿਭੁਜ ਦਾ ਖੇਤਰਫਲ ਦਾ ਫਾਰਮੂਲਾ ਕੀ ਹੁੰਦਾ, ਮਤਲਬ ਏਰੀਆ ਤ੍ਰਿਭੁਜ ਜਿਹੜੀ ਉੱਪਰ ਵਾਲੀ ਤ੍ਰਿਭੁਜ ਹੈ OPQ 1/2 ਗੁਣਾ ਆਧਾਰ ਗੁਣਾ ਲੰਬ। ਆਧਾਰ ਇਹਦੇ ਵਿੱਚ ਕਿੰਨਾ ਹੈ 6, ਲੰਬ ਆਪਾਂ ਕਿੰਨਾ ਕੱਢਦੇ 8, ਤਾਂ 3 ਨਾਲ ਕਰ ਦਾਂਗੇ ਇਹਨੂੰ 2 ਨਾਲ ਭਾਗ ਕਰ ਦਾਂਗੇ 3 ਆ ਜੂਗਾ, 8 ਤੀਆ 24। ਜਿਹੜੀ ਉੱਪਰ ਵਾਲੀ ਤ੍ਰਿਭੁਜ ਆ ਉਹਦਾ ਖੇਤਰਫਲ ਆ ਗਿਆ 24, ਨੀਚੇ ਵਾਲੀ ਦਾ ਵੀ ਕਿੰਨਾ ਆ ਜੂਗਾ 24। ਤਾਂ ਓਵਰਆਲ ਜਿਹੜੀ ਚਤੁਰਭੁਜ ਸਾਨੂੰ ਦਿੱਤੀ ਹੈ ਉਸ ਦਾ ਖੇਤਰਫਲ ਕਿੰਨਾ ਆ ਜੂਗਾ 24 ਅਤੇ 24 48 ਸੈਂਟੀਮੀਟਰ ਦੀ 2। ਠੀਕ ਹੈ ਬੇਟਾ, ਪਹਿਲਾਂ ਆਪਾਂ ਬੇਟਾ ਲੰਬ ਕੱਢਿਆ ਕਿਉਂਕਿ ਲੰਬ ਆਪਾਂ ਨੂੰ ਕੱਢਣਾ ਜ਼ਰੂਰੀ ਸੀ ਉੱਪਰ ਵਾਲੀ ਤ੍ਰਿਭੁਜ ਦੇ ਖੇਤਰਫਲ ਪਤਾ ਕਰਨ ਲਈ। ਆਪਾਂ ਨੂੰ ਪਤਾ ਵੀ ਖੇਤਰਫਲ ਦਾ ਜਿਹੜਾ ਫਾਰਮੂਲਾ ਉਹ 1/2 ਗੁਣਾ ਆਧਾਰ ਗੁਣਾ ਲੰਬ ਹੈ। ਠੀਕ ਹੈ, ਤਾਂ ਆਪਾਂ ਲਾਤਾ ਫਾਰਮੂਲਾ, ਤਾਂ ਉਹ 24 ਆ ਗਿਆ। ਦੋ ਤ੍ਰਿਭੁਜਾਂ ਨੇ ਤਾਂ 24 ਅਤੇ 24 ਜੋੜ ਕਰ ਦਾਂਗੇ 48 ਸੈਂਟੀਮੀਟਰ ਦੀ 2, ਦੂਸਰੀ ਆਪਸ਼ਨ ਆ ਜੂਗੀ। ਇਹਨਾਂ ਵਿੱਚੋਂ ਕਿਹੜਾ ਦਸ਼ਮਲਵ ਵਿਸਥਾਰ ਆ ਜਿਹੜਾ ਉਹ ਸ਼ਾਂਤ ਹੈ। ਕੋਈ ਵੀ ਪ੍ਰਮੇਯ ਸੰਖਿਆ ਹੁੰਦੀ ਹੈ ਜਿਹਨੂੰ ਅਸੀਂ P/Q ਦੇ ਰੂਪ ਦੇ ਵਿੱਚ ਲਿਖਦੇ ਹਾਂ, ਜੇਕਰ ਇਹਦਾ ਦਸ਼ਮਲਵ ਵਿਸਥਾਰ ਸ਼ਾਂਤ ਹੈ ਤਾਂ ਇਹ ਜਿਹੜਾ ਇਹਦੇ ਵਿੱਚ Q ਹੈ ਮਤਲਬ ਹਰ ਹੈ, ਉਹਦੇ ਜਿਹੜੇ ਗੁਣਨਖੰਡ ਨੇ ਉਹ 2 ਦੀ M ਗੁਣਾ 5 ਦੀ N ਦੇ ਰੂਪ ਵਿੱਚ ਹੋਣੀ ਚਾਹੀਦੀ ਹੈ ਜੇ ਇਹਦਾ ਦਸ਼ਮਲਵ ਵਿਸਥਾਰ ਸ਼ਾਂਤ ਹੈ। ਮਤਲਬ ਜਾਂ ਤਾਂ 2 ਦੇ ਰੂਪ ਦੇ ਵਿੱਚ ਹੋਣ ਇਕੱਲੇ, ਜਾਂ 5 'ਚ ਹੋਣ, ਜਾਂ ਦੋਨਾਂ 'ਚ ਹੋਣ। 2 ਅਤੇ 5 ਤੋਂ ਇਲਾਵਾ ਕਿਸੇ ਹੋਰ 'ਚ ਹੋਵੇ ਤਾਂ ਉਹਦਾ ਦਸ਼ਮਲਵ ਵਿਸਥਾਰ ਸ਼ਾਂਤ ਨਹੀਂ ਹੋਊਗਾ। ਤਾਂ ਤੁਸੀਂ ਇਹ ਦੇਖੋ ਵੀ ਹੁਣ ਇਹਨਾਂ ਨੇ ਸ਼ਾਂਤ ਪੁੱਛਿਆ, ਤਾਂ ਤੁਸੀਂ ਇਹ ਦੇਖੋ ਵੀ ਕਿਹਦੇ ਗੁਣਨਖੰਡ ਆ ਜਿਹੜੇ ਨੀਚੇ ਮਤਲਬ Q ਦੇ ਥੱਲੇ ਹਰ ਦੇ ਗੁਣਨਖੰਡ ਆ 2 ਅਤੇ 5 ਦੇ ਰੂਪ ਵਿੱਚ ਨੇ ਉਹ ਸ਼ਾਂਤ ਹੋਊਗਾ। ਕਿਹੜਾ ਵੀ ਪਹਿਲਾ ਹੀ ਹੈ ਇਹਦੇ ਵਿੱਚ ਨੀਚੇ ਜਿਹੜੇ 2 ਅਤੇ 5 ਦੇ ਰੂਪ ਵਿੱਚ ਨੇ ਤਾਂ ਇਹਦਾ ਵਿਸਥਾਰ ਸ਼ਾਂਤ ਹੈ। ਮੋਸਟ ਇੰਪੋਰਟੈਂਟ, ਜੇ P ਅਤੇ Q 2 ਅਭਾਜ ਸੰਖਿਆਵਾਂ ਹਨ ਤਾਂ ਉਹਨਾਂ ਦਾ ਮੰਮਾ ਸੱਸਾ ਵਾਵਾ ਹੈ। 2 ਅਭਾਜ ਸੰਖਿਆਵਾਂ ਹਨ ਤਾਂ ਉਹਨਾਂ ਦਾ ਮੰਮਾ ਸੱਸਾ ਵਾਵਾ ਕਿੰਨਾ ਹੋਊਗਾ 1। ਜਿਹੜੀਆਂ ਬੇਟਾ ਅਭਾਜ ਸੰਖਿਆਵਾਂ ਹੁੰਦੀਆਂ ਉਹਨਾਂ ਦੇ ਵਿੱਚ 2 ਅਭਾਜ ਸੰਖਿਆਵਾਂ ਨੇ। ਠੀਕ ਹੈ, ਤਾਂ ਇਹਨਾਂ ਦਾ ਮੰਮਾ ਸੱਸਾ ਵਾਵਾ 1 ਹੋਊਗਾ, ਉਹ ਕਿਸੇ ਹੋਰ ਨਾਲ ਵੰਡੀਆਂ ਜਾਂਦੀਆਂ ਹੀ ਨਹੀਂ। ਠੀਕ ਹੈ, 10ਵਾਂ ਕੁਐਸਚਨ ਹੈ 3 ਘਾਤੀ ਬਹੁਪਦ ਸਾਨੂੰ ਦਿੱਤਾ Px ਦੀ 3 + QX² + RX + S 3 ਘਾਤੀ ਬਹੁਪਦ ਦੀਆਂ ਸਿਫਰਾਂ ਦਾ ਗੁਣਨਫਲ। ਠੀਕ ਹੈ, ਇਸ ਦੇ ਵਿੱਚ ਮੈਂ ਤੁਹਾਨੂੰ ਦੁਬਾਰਾ ਇੱਥੇ ਚੰਗੀ ਤਰ੍ਹਾਂ ਸਮਝਾ ਦੇਣਾ। ਇਸ ਲਈ ਇਹ ਜਿਹੜਾ ਸਿਫਰਾਂ ਦਾ ਜੋੜ ਹੁੰਦਾ ਹੈ 3 ਘਾਤੀ ਬਹੁਪਦ ਦੇ ਵਿੱਚ ਜਿਹੜੀ ਸੈਕਿੰਡ ਰਕਮ ਹੁੰਦੀ ਹੈ, ਜਿਵੇਂ ਇੱਥੇ Q ਹੈ ਤਾਂ ਅਸੀਂ ਇਹ ਬਣੂਗਾ ਮਾਈਨਸ ਦਾ Q/P। ਠੀਕ ਹੈ, ਸਿਫਰਾਂ ਦੀ ਜੋੜ ਅਤੇ ਗੁਣਾ ਮਤਲਬ 2 ਕਰਕੇ ਜੋ ਵੀ ਹੋਣੀ ਆ ਉਹ ਬਣੂਗਾ R/P, ਅਤੇ ਇਹਨਾਂ ਦੀ ਗੁਣਾ ਬਣੂਗੀ ਸਿਫਰਾਂ ਦੀ ਤਿੰਨਾਂ ਦੀ ਉਹ ਬਣੂਗੀ ਮਾਈਨਸ ਦਾ S/P। ਇੱਕ ਵਾਰੀ ਮਾਈਨਸ, ਇੱਕ ਵਾਰੀ ਪਲੱਸ, ਫਿਰ ਇੱਕ ਵਾਰੀ ਫਿਰ ਮਾਈਨਸ, ਮਤਲਬ ਗੁਣਾ ਜਿਹੜੀ ਉਹਦੀ ਕੀ ਬਣੂਗੀ ਸਿਫਰਾਂ ਦੀ ਮਾਈਨਸ ਦਾ S/P। ਤਾਂ ਸਾਡੇ ਲਈ ਸਹੀ ਆਪਸ਼ਨ ਕੀ ਆਊਗੀ ਸੈਕਿੰਡ ਆਪਸ਼ਨ। ਜੇ ਸਾਨੂੰ ਜੋੜ ਪੁੱਛਦੇ ਤਾਂ ਸਾਡੇ ਲਈ ਫੋਰਥ ਆਪਸ਼ਨ ਸਹੀ ਬਣਨੀ ਸੀ -Q/P। ਤਾਂ ਹੁਣ ਕੀ ਆਊਗਾ -S/P ਆ ਜੂਗਾ। ਇੱਕ 3 ਘਾਤੀ ਬਹੁਪਦ ਦੀ ਸਿਫਰਾਂ ਦੀ ਵੱਧ ਤੋਂ ਵੱਧ ਗਿਣਤੀ ਕਿੰਨੀ ਹੋਊਗੀ। ਜਿਹੜਾ 3 ਘਾਤੀ ਬਹੁਪਦ ਹੈ ਉਸ ਵਿੱਚ ਵੱਧ ਤੋਂ ਵੱਧ ਸਿਫਰਾਂ ਕਿੰਨੀਆਂ ਹੋ ਸਕਦੀਆਂ ਬੇਟਾ 3 ਹੋ ਸਕਦੀਆਂ। ਠੀਕ ਹੈ,
ਜੇ ਰੇਖੀ ਸਮੀਕਰਨ ਦੀ ਪ੍ਰਣਾਲੀ ਦਾ ਇੱਕ ਵਿਲੱਖਣ ਹੱਲ ਹੈ, ਮਤਲਬ ਇੱਕ ਹੱਲ ਹੈ, ਤਾਂ ਕੀ ਹੋਊਗਾ? ਜਦੋਂ ਇੱਕ ਹੱਲ ਹੁੰਦਾ ਬੇਟਾ, ਜਿਹੜਾ ਅਸੀਂ ਅਨੁਪਾਤ ਦੇਖਦੇ ਹਾਂ A1/A2, B1/B2 ਅਤੇ C1/C2, ਪਹਿਲੇ ਦੋ ਅਨੁਪਾਤ ਆ ਜਿਹੜੇ ਉਹ ਬਰਾਬਰ ਨਹੀਂ ਹੋਣਗੇ। ਮਤਲਬ A1/A2 ਬਰਾਬਰ ਨਹੀਂ ਹੋਊਗਾ B1/B2। ਇਸ ਕੇਸ ਦੇ ਵਿੱਚ ਰੇਖਾਵਾਂ ਕਾਟਵੀਆਂ ਹੋਣਗੀਆਂ। ਜੇ ਇਹ ਤਿੰਨੋਂ ਬਰਾਬਰ ਹੋ ਜਾਂਦੇ ਆ ਫਿਰ ਰੇਖਾਵਾਂ ਹੁੰਦੀਆਂ ਸੰਪਾਤੀ ਅਤੇ ਇਹਨਾਂ ਦੇ ਅਨੇਕ ਹੱਲ ਹੁੰਦੇ ਨੇ। ਕਿੰਨੇ ਹੱਲ ਹੁੰਦੇ ਆ ਬੇਟਾ? ਅਨੇਕ ਹੱਲ। ਇਸ ਕੇਸ ਦੇ ਵਿੱਚ ਵੀ ਪਹਿਲੇ ਦੋ ਬਰਾਬਰ, ਤੀਜਾ ਬਰਾਬਰ ਨਹੀਂ, ਤਾਂ ਰੇਖਾਵਾਂ ਸਾਡੀਆਂ ਬਣਦੀਆਂ ਨੇ ਸਮਾਂਤਰ ਅਤੇ ਇਹਨਾਂ ਦਾ ਕੋਈ ਹੱਲ ਨਹੀਂ ਹੁੰਦਾ। ਠੀਕ ਹੈ, ਇਹਨਾਂ ਦਾ ਕੋਈ ਹੱਲ ਨਹੀਂ ਹੁੰਦਾ, ਇਹਨੂੰ ਨੋਟ ਕਰ ਲਓ। ਠੀਕ ਹੈ ਬੇਟਾ। ਨੈਕਸਟ ਆਪਣੇ ਕੋਲ ਸਮੀਕਰਨਾਂ ਦਿੱਤੀਆਂ, ਇਹਨਾਂ ਦਾ ਗ੍ਰਾਫ ਕਹਿੰਦੇ ਦੋ ਰੇਖਾਵਾਂ ਨੇ। ਦੇਖਦੇ ਹਾਂ ਕਿਹੜੀਆਂ ਰੇਖਾਵਾਂ ਨੇ, ਉਵੇਂ ਹੀ ਚੈੱਕ ਕਰਾਂਗੇ ਜਿਵੇਂ ਆਪਾਂ ਪਹਿਲਾਂ ਵਾਲਾ ਕੁਐਸਚਨ ਕੀਤਾ। ਮਤਲਬ ਆਪਾਂ ਅਨੁਪਾਤ ਦੇਖਾਂਗੇ। ਪਹਿਲਾਂ ਐਕਸ ਵਾਲਿਆਂ ਦਾ ਅਨੁਪਾਤ ਦੇਖ ਲਓ, A1/A2 ਦੇਖ ਲਓ। A1/A2 ਮਤਲਬ 10/3। ਸਿਮਿਲਰਲੀ ਅਗਲਾ ਦੇਖ ਲਓ ਵੀ B1/B2 ਕਿੰਨਾ ਹੋ ਗਿਆ? -30 ਬਟਾ -9, ਮਾਈਨਸ ਨਾਲ ਮਾਈਨਸ ਕੈਂਸਲ, 3 'ਤੇ ਕੱਟ ਦਈਏ ਤਾਂ ਇਹ ਵੀ ਬਣ ਗਿਆ 10/3। ਸਿਮਿਲਰਲੀ ਅਸੀਂ C1/C2 ਜੇ ਦੇਖੀਏ ਉਹ ਬਣ ਜੂਗਾ 16, ਆਹ 5 ਆ ਜਿਹੜਾ ਉੱਪਰ ਚਲਾ ਜਾਊ, 24/5 ਸੀ ਨਾ, ਤਾਂ ਇਹ ਬਣ ਗਿਆ ਸਾਡੇ ਕੋਲ 16 × 5/24। 8 'ਤੇ ਕੱਟ ਦਈਏ, 8 ਤੀਆ 24, 8 ਤੀਆ 24 ਤਾਂ 8 ਦੂਣੀ 16, ਤਾਂ ਉੱਪਰ ਬਣ ਗਿਆ 10, ਨੀਚੇ ਬਣ ਗਿਆ 3। ਤਾਂ ਹਰੇਕ ਕੇਸ ਦੇ ਵਿੱਚ 10/3 10/3 10/3 ਬਣੀ ਜਾਂਦਾ। ਤਾਂ ਜਦੋਂ ਇਹ ਮੈਂ ਆਪਾਂ ਪਹਿਲਾਂ ਹੀ ਡਿਸਕਸ ਕਰ ਚੁੱਕੇ ਵੀ ਜਦੋਂ ਇਹਨਾਂ ਦੇ ਅਨੁਪਾਤ ਆ ਜਿਹੜੇ ਬਰਾਬਰ ਹੁੰਦੇ ਨੇ ਤਾਂ ਕਿਹੜੀਆਂ ਰੇਖਾਵਾਂ ਬਣਦੀਆਂ ਬੇਟਾ? ਇਹ ਸੰਪਾਤੀ ਰੇਖਾਵਾਂ ਬਣਦੀਆਂ ਨੇ। ਕਿਹੜੀਆਂ ਰੇਖਾਵਾਂ ਬਣਦੀਆਂ? ਸੰਪਾਤੀ ਰੇਖਾਵਾਂ। ਪਹਿਲੀ ਆਪਸ਼ਨ। ਐਕਸ ਧੁਰੇ ਤੋਂ ਬਿੰਦੂ 3, 5 ਦੀ ਦੂਰੀ ਹੈ। ਐਕਸ ਧੁਰੇ ਤੋਂ ਬਿੰਦੂ 3, 5 ਦੀ ਦੂਰੀ। ਹੁਣ ਐਕਸ ਧੁਰੇ ਤੋਂ ਜਿਹੜੀ ਦੂਰੀ ਹੈ ਉਹ ਕੀ ਹੁੰਦੀ ਹੈ ਬੇਟਾ? ਉਹਦੀ ਕੋਟੀ ਹੁੰਦੀ ਹੈ। ਠੀਕ ਹੈ, ਐਕਸ ਧੁਰੇ ਤੋਂ ਜੇ ਦੂਰੀ ਪੁੱਛ ਲਈ ਤਾਂ ਤੁਹਾਨੂੰ ਤੁਸੀਂ ਕੋਟੀ ਦੱਸਣਾ, ਮਤਲਬ ਵਾਈ ਵਾਲਾ ਬਿੰਦੂ ਦੱਸਣਾ ਕਿੰਨਾ। ਜੇ ਵਾਈ ਧੁਰੇ ਤੋਂ ਤੁਹਾਨੂੰ ਦੂਰੀ ਪੁੱਛਦੇ ਆ ਤਾਂ ਤੁਸੀਂ ਐਕਸ ਵਾਲਾ ਬਿੰਦੂ ਦੱਸੋਗੇ। ਹੁਣ ਐਕਸ ਧੁਰੇ ਤੋਂ ਦੂਰੀ ਪੁੱਛੀ ਆਪਾਂ ਨੂੰ ਤਾਂ ਇਹਦੇ ਵਿੱਚ ਕੋਟੀ ਕਿੰਨੀ ਹੈ, ਮਤਲਬ ਵਾਈ ਵਾਲਾ ਬਿੰਦੂ ਕਿੰਨਾ, 19 ਦੂਰੀ ਹੈ। ਕਿੰਨੀ ਹੈ? 5। ਜੇ ਆਪਾਂ ਨੂੰ ਵਾਈ ਧੁਰੇ ਤੋਂ ਦੂਰੀ ਪੁੱਛਦੇ ਫਿਰ ਆਪਾਂ ਕੀ ਬੋਲਦੇ? ਉਹਦਾ ਭੁਜ ਬੋਲਦੇ, ਮਤਲਬ ਐਕਸ ਵਾਲਾ ਬਿੰਦੂ ਬੋਲਦੇ 3। ਠੀਕ ਹੈ। ਬਿੰਦੂ ਬਿੰਦੂ √13 0 ਹੇਠ ਲਿਖਿਆਂ ਵਿੱਚੋਂ ਕਿਸ ਤੇ ਸਥਿਤ ਹੈ? ਦੇਖੋ ਬੇਟਾ, ਇਸ ਬਿੰਦੂ ਦੇ ਵਿੱਚ ਜਿਹੜਾ ਵਾਈ ਵਾਲਾ ਕੋਆਰਡੀਨੇਟ ਆ, ਵਾਈ ਦਾ ਨਿਰਦੇਸ਼ਾਂਕ 0 ਹੈ। ਜੇਕਰ ਵਾਈ ਦਾ ਨਿਰਦੇਸ਼ਾਂਕ 0 ਹੋਵੇ ਤਾਂ ਬਿੰਦੂ ਆ ਜਿਹੜਾ ਉਹ ਐਕਸ ਧੁਰੇ 'ਤੇ ਸਥਿਤ ਹੋਊਗਾ। ਅਤੇ ਸਿਮਿਲਰਲੀ ਜੇ ਉਲਟ ਹੋਵੇ, ਮਤਲਬ ਜੇ ਇਹ ਉਲਟ ਹੁੰਦਾ, ਐਵੇਂ ਹੁੰਦਾ, ਤਾਂ ਇਹਦੇ ਵਿੱਚ ਐਕਸ ਦਾ ਬਿੰਦੂ 0 ਹੋ ਜਾਣਾ ਸੀ। ਜੇ ਐਕਸ ਦਾ ਨਿਰਦੇਸ਼ਾਂਕ 0 ਹੈ ਤਾਂ ਇਹ ਵਾਈ ਧੁਰੇ 'ਤੇ ਸਥਿਤ ਹੋਣਾ ਸੀ। ਠੀਕ ਹੈ, ਜੇ ਐਕਸ ਦਾ ਨਿਰਦੇਸ਼ਾਂਕ 0 ਤਾਂ ਵਾਈ ਧੁਰੇ 'ਤੇ, ਜੇ ਵਾਈ ਦਾ 0 ਤਾਂ ਐਕਸ ਧੁਰੇ 'ਤੇ। ਤਾਂ ਇਸ ਕੁਐਸਚਨ ਲਈ ਸਾਡੀ ਪਹਿਲੀ ਆਪਸ਼ਨ ਸਹੀ ਆ ਜੂਗੀ। O ਅਤੇ O' ਕੇਂਦਰਾਂ ਵਾਲੇ ਦੋ ਚੱਕਰ ਅੰਦਰੂਨੀ ਬਿੰਦੂ A 'ਤੇ ਛੂੰਹਦੇ ਹਨ। ਠੀਕ ਹੈ, ਅੰਦਰੂਨੀ ਬਿੰਦੂ ਕਿੱਥੇ ਛੂੰਹਦੇ ਨੇ ਵੀ? A 'ਤੇ। ਠੀਕ ਹੈ, ਤਾਂ A, O ਅਤੇ O' ਆਪਸ ਵਿੱਚ ਕੀ ਨੇ? ਤਾਂ ਅਸੀਂ ਚੱਕਰਾਂ ਨੂੰ ਬਣਾ ਲੈਂਦੇ ਹਾਂ, ਦੋ ਚੱਕਰ। ਠੀਕ ਹੈ, ਇਹਦਾ ਕੇਂਦਰ ਆ ਜਿਹੜਾ O ਹੈ, ਇਹਦਾ ਕੇਂਦਰ ਆ ਜਿਹੜਾ O' ਹੈ। ਇੱਥੇ ਜਿੱਥੇ ਛੂੰਹਦੇ ਨੇ ਇਹ ਬਿੰਦੂ ਹੈ ਜਿਹੜਾ ਉੱਪਰ ਮੈਂ ਸਰਕਲ ਲਾਇਆ ਜਿੱਥੇ, ਤਾਂ ਉਹ ਹੈਗਾ A। ਤਾਂ ਤੁਸੀਂ ਦੇਖੋ ਵੀ ਇਹ ਬਿੰਦੂ ਹੈ ਜਿਹੜੇ ਆਪਸ ਵਿੱਚ ਤਿੰਨੇ ਬਿੰਦੂ ਕੀ ਨੇ ਵੀ? ਇਹ ਦੇਖੋ, ਇੱਕ ਬਿੰਦੂ ਇੱਥੇ ਹੈ, ਇੱਕ ਬਿੰਦੂ ਇੱਥੇ ਅਤੇ ਇੱਕ ਬਿੰਦੂ ਇੱਥੇ ਆ। ਆਹ ਬਣ ਗਿਆ, ਇੱਥੇ ਬਿੰਦੂ ਨੇ ਤਿੰਨੇ। ਤਾਂ ਇਹ ਕਿਹੜੇ ਬਿੰਦੂ ਹੋ ਗਏ? ਸਮਰੇਖੀ ਹੋ ਗਏ, ਇੱਕੋ ਰੇਖਾ 'ਤੇ ਸਥਿਤ ਹੋ ਗਏ। ਤਾਂ ਇਹ ਬਿੰਦੂ ਕਿਹੜੇ ਨੇ? ਕੋਲੀਨੀਅਰ ਸਮਰੇਖੀ। ਚਿੱਤਰ ਵਿੱਚ PT ਅਤੇ PQ ਚੱਕਰ ਦੀਆਂ ਦੋ ਸਪਰਸ਼ ਰੇਖਾਵਾਂ ਹਨ। ਇਸ ਤਰ੍ਹਾਂ ਕਿ POQ ਬਰਾਬਰ 110 ਤਾਂ PTQ ਬਰਾਬਰ। ਠੀਕ ਹੈ, ਜਿਹੜਾ ਇਹ ਕੋਣ ਹੈ ਸਾਨੂੰ ਇਹ 110 ਦਿੱਤਾ ਹੈ, ਕੇਂਦਰ 'ਤੇ ਬਣਿਆ ਕੋਣ। ਸਪਰਸ਼ ਰੇਖਾਵਾਂ ਦੁਆਰਾ ਅਰਧ ਵਿਆਸ ਜਾਂ ਅਸੀਂ ਕਹੀਏ ਸਪਰਸ਼ ਰੇਖਾਵਾਂ ਦੁਆਰਾ ਕੇਂਦਰ 'ਤੇ ਬਣਿਆ ਕੋਣ ਅਤੇ ਸਪਰਸ਼ ਰੇਖਾਵਾਂ ਵਿਚਕਾਰਲਾ ਕੋਣ ਉਹ ਇੱਕ ਦੂਜੇ ਦੇ ਸੰਪੂਰਕ ਹੁੰਦੇ ਨੇ। ਸੰਪੂਰਕ ਮਤਲਬ ਇਹਨਾਂ ਦਾ ਜੋੜ 180 ਹੁੰਦਾ। ਤਾਂ ਜਿਹੜਾ ਆਹ ਕੋਣ ਆ ਕਿੰਨਾ ਹੋਊਗਾ ਬੇਟਾ? 110 ਦੇ ਵਿੱਚ ਅਸੀਂ ਕਿੰਨੇ ਜੋੜੀਏ ਵੀ 180 ਬਣੇ? 70। ਤਾਂ ਇਹ ਕੋਣ ਕਿੰਨੇ ਡਿਗਰੀ ਦਾ ਹੋਊਗਾ? 70 ਦਾ ਹੋਊਗਾ। ਠੀਕ ਹੈ,
ਸਾਡੀ ਜਿਹੜੀ ਦੂਸਰੀ ਆਪਸ਼ਨ ਹੈ ਜਿਹੜੀ ਉਹ ਸਹੀ ਆ ਜੂਗੀ। ਠੀਕ ਹੈ, ਇਹ ਸੀਗਾ ਆਪਣਾ ਸੈਂਪਲ ਪੇਪਰ ਤੀਜਾ, ਇਹਦਾ ਪਾਰਟ 1। ਨੈਕਸਟ ਪਾਰਟ ਵੀ ਆਪਾਂ ਜਲਦ ਤੁਹਾਡੇ ਲਈ ਹੱਲ ਕਰਾਂਗੇ। ਥੈਂਕ ਯੂ ਬੇਟਾ।